ਬਣਾਓ। ਅੱਜ ਵੋਟ ਬਣਾਉਣ ਦੀ ਗੱਲ ਆ, ਕੱਲ ਨੂੰ ਕਿਹਨੇ ਇਲੈਕਸ਼ਨ ਲੜਨਾ, ਕਿਹਨੇ ਨਹੀਂ ਲੜਨਾ, ਕੌਣ ਮੈਂਬਰ ਬਣਨਾ, ਕਿਹੜੇ ਮੈਂਬਰਾਂ ਚੋਂ ਕੌਣ ਪ੍ਰਧਾਨ ਬਣਨਾ, ਅਧਿਆਕਸ਼ ਬਣਨਾ, ਇਹ ਆਉਣ ਵਾਲੇ ਸਮੇਂ ਦੀਆਂ ਗੱਲਾਂ ਹੀ ਕਰ ਰਹੇ ਆ ਕਿ ਜਿਹੜਾ ਸਿੱਖ ਆ ਉਹ ਆਪਣੀ ਵੋਟ ਬਣਾਏ। ਜਿਹੜਾ ਸਾਬਤ ਸੂਰਤ ਸਿੱਖ ਆ, ਜਿਹੜਾ ਪਤਤ ਸਿੱਖ ਆ, ਉਹ ਆਪਣੀ ਵੋਟ ਨਹੀਂ ਬਣਾ ਸਕਦਾ। ਇਸੇ ਕਰਕੇ ਅਸੀਂ ਸਾਰੇ ਜਿਨ੍ਹਾਂ ਨੇ ਦਾੜੇ ਕੇਸਾਂ ਨੂੰ ਕਤਲ ਕੀਤਾ ਉਹਨਾਂ ਨੂੰ ਅਪੀਲ ਕਰ ਰਹੇ ਆ ਕਿ ਭਾਈ ਕੇਸ ਗੁਰੂ ਕੀ ਮੋਹਰ ਆ, ਸਾਬਤ ਸੂਰਤ ਬਣੋ, ਤੁਹਾਡੀ ਸਟਰੈਂਥ ਪਾਵਰ ਦਾ ਪਤਾ ਲੱਗੇ। ਜੇ 20-30 ਲੱਖ ਸਿੱਖ ਹਰਿਆਣੇ 'ਚ ਵੱਸਦਾ ਤਾਂ ਉਹਨਾਂ ਦੀਆਂ ਵੋਟਾਂ ਵੀ ਉਸ ਹਿਸਾਬ ਨਾਲ 10-15 ਲੱਖ ਬਣਨੀਆਂ ਚਾਹੀਦੀਆਂ। ਜੇਕਰ ਵੋਟਾਂ ਹੀ 1-2 ਲੱਖ ਬਣੀਆਂ ਤੇ ਫਿਰ ਸਾਡੀ ਸਟਰੈਂਥ ਪਾਵਰ ਦਾ ਵੀ ਨਹੀਂ ਪਤਾ ਲੱਗੇਗਾ ਕਿ ਸਿੱਖ ਹੈ ਕਿੰਨੇ ਕੁ ਹਰਿਆਣੇ 'ਚ। ਅੱਜ ਕੋਈ ਵੀ ਸਿੱਖ ਜਿਹੜਾ ਹੈਗਾ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਭਾਸ਼ਿਤ ਹੈ, ਸਿੱਖ ਦੀ ਪਰਿਭਾਸ਼ਾ, ਸਿੱਖ ਦੀ ਆਇਡੈਂਟੀਟੀ, ਤੇ ਜਿਹਨੂੰ ਸੁਪਰੀਮ ਕੋਰਟ ਨੇ ਵੀ ਮਾਨਤਾ ਦਿੱਤੀ ਆ, ਉਹਦੇ ਤਹਿਤ ਅਸੀਂ ਸਭ ਨੂੰ ਅਪੀਲ ਕਰ ਰਹੇ ਹਾਂ ਕਿ ਵੋਟ ਬਣਾਓ। ਤੁਸੀਂ ਨਹੀਂ ਵੋਟਾਂ ਬਣਾਓਗੇ, ਇਲੈਕਸ਼ਨ ਨਹੀਂ ਹੋਊਗੀ ਤਾਂ ਫਿਰ ਜਿਹਦੀ ਸਰਕਾਰ ਆਇਆ ਕਰੇਗੀ ਉਹ ਆਪਣੀ ਕਮੇਟੀ ਬਣਾ ਲਿਆ ਕਰੇਗੀ। ਫਿਰ ਸਰਕਾਰਾਂ ਦਾ ਦਖਲ ਸਾਡੇ ਗੁਰਦੁਆਰਿਆਂ 'ਚ ਰਹੂਗਾ। ਤਾਂ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਸਿੱਖ ਹੋਰ ਸਭ ਕੁਝ ਬਰਦਾਸ਼ਤ ਕਰ ਸਕਦਾ, ਪਰ ਕਿਸੇ ਪਾਰਟੀ ਦਾ, ਸਰਕਾਰ ਦਾ ਦਖਲ ਗੁਰੂ ਘਰ ਦੇ ਵਿੱਚ ਸਿੱਖ ਬਰਦਾਸ਼ਤ ਨਹੀਂ ਕਰ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਜੱਦੋ-ਜਹਿਦ ਕਰਕੇ ਹੋਂਦ ਵਿੱਚ ਲਿਆਂਦੀ ਹੈ। ਹਰਿਆਣੇ ਦੇ ਸਿੱਖਾਂ ਨੇ 1966 'ਚ ਜਿਸ ਵੇਲੇ ਪੰਜਾਬ ਹਰਿਆਣਾ ਬਣਿਆ ਤਾਂ ਉਸ ਵੇਲੇ ਪੰਜਾਬ ਪੁਨਰਗਠਨ ਐਕਟ ਦੇ ਵਿੱਚ ਹਰਿਆਣਾ ਕਮੇਟੀ ਵੱਖਰੀ ਬਣਾਉਣ ਦਾ ਉਹਦੇ 'ਚ ਮਤਾ ਪਾਸ ਹੋਇਆ ਸੀਗਾ। ਪਰ ਇਹ ਬਹੁਤ ਸਮਾਂ ਬਾਅਦ 'ਚ ਹਰਿਆਣੇ ਦੇ ਸਿੱਖਾਂ ਨੇ ਜੱਦੋ-ਜਹਿਦ ਆਰੰਭ ਕੀਤੀ ਤੇ ਆਪਾਂ ਅੱਜ ਕਾਲਾਂ ਵਾਲੀ ਮੰਡੀ 'ਚ ਬੈਠੇ। ਮੈਨੂੰ ਯਾਦ ਆ ਕਿ ਉਸ ਵੇਲੇ 2005 ਦੇ ਵਿੱਚ ਇੱਥੇ ਬਹੁਤ ਵੱਡਾ ਇਕੱਠ ਜਿਹੜਾ ਸੀਗਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਤੇ ਸਿੱਖਾਂ ਦਾ ਕੀਤਾ ਸੀ, ਜਿਹਦੇ 'ਚ ਚੌਧਰੀ ਭੁਪਿੰਦਰ ਸਿੰਘ ਹੁੱਡਾ ਮੁੱਖ ਮੰਤਰੀ ਹਰਿਆਣਾ ਉਹ ਵੀ ਪੁੱਜੇ ਸੀ, ਮੈਂ ਵੀ ਇੱਥੇ ਪੁੱਜਿਆ ਸੀਗਾ, ਔਰ ਇੱਥੇ ਹੋਰ ਬਹੁਤ ਸਾਰੇ ਸਿੱਖ ਨੁਮਾਇੰਦੇ ਆਏ ਸੀ। ਤਾਂ ਇੱਥੋਂ ਵੀ ਆਵਾਜ਼ ਜਿਹੜੀ ਬੁਲੰਦ ਕੀਤੀ ਸੀ ਕਿ ਹਰਿਆਣੇ ਦੀ ਵੱਖਰੀ ਕਮੇਟੀ ਜਿਹੜੀ ਉਹ ਬਣਾਈ ਜਾਣੀ ਚਾਹੀਦੀ ਹੈ। ਬਹੁਤ ਸਿੱਖਾਂ ਨੇ ਜਦੋਜਹਿਦ ਕੀਤੀ, ਧਰਨੇ, ਮੁਜ਼ਾਹਰੇ, ਜੇਲ੍ਹਾਂ ਕੱਟੀਆਂ, ਔਰ 2014 ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਸਰਕਾਰ ਨੇ ਬਣਾਈ ਸੀ। 2014 'ਚ ਵਿਧਾਨ ਸਭਾ 'ਚ ਬਿੱਲ ਪਾਸ ਕੀਤਾ ਸੀ। 5 ਕੁ ਗੁਰਦੁਆਰਿਆਂ ਦਾ ਅਸੀਂ ਪ੍ਰਬੰਧ ਲਿਆ। 41 ਮੈਂਬਰੀ ਅਡਹੌਕ ਬਣਾਈ ਗਈ ਸੀਗੀ, ਜਿਹਦੇ 'ਚ ਮੈਂ ਵੀ ਮੈਂਬਰ ਸੀਗਾ, ਔਰ ਫਿਰ 11 ਮੈਂਬਰੀ ਐਗਜ਼ੈਕਟਿਵ ਮੈਂਬਰ ਜਿਹੜਾ ਸੀ ਮੈਨੂੰ ਬਣਾਇਆ ਗਿਆ, ਔਰ 6 ਸਾਲ ਜਿਹੜਾ ਸੀ ਐਗਜ਼ੈਕਟਿਵ ਮੈਂਬਰ ਤੌਰ ਤੇ ਸੇਵਾ ਕੀਤੀ। ਔਰ ਜਦੋਂ 2020 ਦੇ ਵਿੱਚ 13 ਜੁਲਾਈ ਨੂੰ ਜਰਨਲ ਹਾਊਸ ਨੇ ਮੈਨੂੰ ਸਰਬਸੰਮਤੀ ਨਾਲ ਮੁੱਖ ਸੇਵਾਦਾਰ ਬਣਾਇਆ ਹਰਿਆਣਾ ਕਮੇਟੀ ਦਾ, ਤਾਂ ਮੈਂ ਇਲੈਕਸ਼ਨ ਕਰਾਈ ਨੋਮੀਨੇਟ ਮੈਂਬਰਾਂ ਦੀ। ਤਾਂ 13 ਅਗਸਤ 2020 ਨੂੰ ਮੈਨੂੰ ਮੁੱਖ ਸੇਵਾਦਾਰ ਵੋਟਾਂ ਦੇ ਬਹੁਮਤ ਦੇ ਨਾਲ ਮੈਂਬਰ ਸਾਹਿਬਾਨਾਂ ਨੇ ਬਣਾਇਆ। ਤਾਂ ਜਿਸ ਤੋਂ ਬਾਅਦ ਮੈਂ ਜਦੋਜਹਿਦ ਕਰਕੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਸੁਚੱਜਾ ਕੀਤਾ, ਧਰਮ ਪ੍ਰਚਾਰ ਕੀਤਾ, ਆਪਣੀ ਸਾਰੀ ਟੀਮ ਨੂੰ ਨਾਲ ਲੈ ਕੇ, ਸੰਗਤਾਂ ਨੂੰ ਨਾਲ ਲੈ ਕੇ, ਸੰਗਤਾਂ ਦਾ ਭਰੋਸਾ ਵਧਿਆ, ਗੁਰੂ ਕੀ ਗੋਲਕ ਦਾ ਬਜਟ ਵਧਿਆ, ਧਰਮ ਪ੍ਰਚਾਰ ਹੋਇਆ। ਕਾਨੂੰਨੀ ਲੜਾਈ ਬੜੀ ਸ਼ਿੱਦਤ ਦੇ ਨਾਲ ਲੜੀ, ਹਰੇਕ ਦਰਵਾਜ਼ਾ ਖੜਕਾਇਆ, ਕਦੇ ਚੰਡੀਗੜ੍ਹ, ਕਦੇ ਦਿੱਲੀ, ਸੁਪਰੀਮ ਕੋਰਟ ਤੱਕ। ਵਧੀਆ ਵਕੀਲ ਜਿਹੜੇ ਸੀ ਉਹ ਕੀਤੇ, ਸਾਡੀ ਵਕੀਲਾਂ ਦੀ ਟੀਮ, ਜਿਹੜੇ ਸਾਬਕਾ ਸੋਲਿਸਿਟਰ ਜਨਰਲ ਸ੍ਰੀ ਰਣਜੀਤ ਕੁਮਾਰ ਔਰ ਸ੍ਰੀ ਸਿਧਾਰਥ ਬਤਰਾ ਐਡਵੋਕੇਟ ਔਨ ਰਿਕਾਰਡ ਸੀ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਔਰ ਸਾਡੇ ਜਿਹੜੇ ਹਰਿਆਣਾ ਸਰਕਾਰ ਮਾਨਯੋਗ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਵੱਲੋਂ ਸਾਨੂੰ ਜਿਹੜੇ ਵਕੀਲ ਦਿੱਤੇ ਗਏ, ਜਿਵੇਂ ਐਡਵੋਕੇਟ ਜਨਰਲ ਸਾਡੇ ਜਿਹੜੇ ਸ੍ਰੀ ਬਲਦੇਵ ਰਾਜ ਮਹਾਜਨ ਔਰ ਜਿਹੜੇ ਸ੍ਰੀ ਸ਼ਿਆਮ ਦੀਵਾਨ ਜੀ ਸਾਡੇ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੁੰਦੇ ਸੀ, ਔਰ ਪੰਜਾਬ ਸਰਕਾਰ ਦਾ ਵੀ ਯੋਗਦਾਨ ਲਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਵੀ ਅਸੀਂ ਆਪਣੇ ਹਰਿਆਣੇ ਦੀਆਂ ਕਮੇਟੀ ਦੇ ਹੱਕ ਵਿੱਚ ਜਿਹੜਾ ਸੀਗਾ ਲਿਖਵਾਇਆ। ਸੋ ਇਸ ਤਰ੍ਹਾਂ ਲੰਬੀ ਜਦੋਜਹਿਦ ਤੋਂ ਬਾਅਦ 20 ਸਤੰਬਰ 2022 ਨੂੰ ਸ਼੍ਰੋਮਣੀ ਕਮੇਟੀ ਦੀ ਰਿਟ ਪਟੀਸ਼ਨ ਖਾਰਜ ਕਰਕੇ ਹਰਿਆਣਾ ਕਮੇਟੀ ਨੂੰ ਜਿਹੜਾ ਕਾਨੂੰਨੀ ਮਾਨਤਾ ਜਿਹੜੀ ਸੀਗੀ ਉਹ ਸੁਪਰੀਮ ਕੋਰਟ ਨੇ ਦਿੱਤੀ। ਉਸ ਤੋਂ ਬਾਅਦ ਹਰਿਆਣਾ ਸਰਕਾਰ ਸ੍ਰੀ ਮਨੋਹਰ ਲਾਲ ਖੱਟੜ ਹਰਿਆਣਾ ਸਰਕਾਰ ਨੇ ਐਡਹੌਕ ਕਮੇਟੀ 38 ਮੈਂਬਰੀ ਬਣਾਈ, ਜਿਹਦੇ 'ਚ ਮਹੰਤ ਕਰਮਜੀਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਸੀ। ਪਰ ਮਹੰਤ ਕਰਮਜੀਤ ਸਿੰਘ ਨੇ 9 ਮਹੀਨੇ ਜਿਹੜਾ ਕਾਰਜਕਾਲ ਕੀਤਾ, ਉਹਦੇ ਦੌਰਾਨ ਸੰਗਤਾਂ 'ਚ ਰੋਹ ਜਿਹੜਾ ਸੀਗਾ ਰੋਸ ਫੈਲਿਆ, ਨਿਰਾਸ਼ਤਾ ਫੈਲੀ। ਤਾਂ ਕਰਕੇ ਅੱਜ ਵੋਟਾਂ ਬਣਾਉਣ ਦੀ ਜਿਹੜੀ ਗਤੀ ਆ ਨਾ ਉਹ ਧੀਮੀ ਚੱਲ ਰਹੀ ਆ, ਕਿ ਸੰਗਤਾਂ ਦਾ ਉਤਸ਼ਾਹ ਮੱਠਾ ਪੈ ਗਿਆ ਸੀਗਾ। ਪਰ ਮੈਂ ਸੰਗਤਾਂ ਨੂੰ ਅਪੀਲ ਕਰਦਾ ਕਿ ਦੇਖੋ, ਪ੍ਰਬੰਧਕ ਬਦਲਦੇ ਰਹਿੰਦੇ ਆ, ਨਾ ਸਦਾ ਕੋਈ ਪ੍ਰਧਾਨ ਰਹਿੰਦਾ, ਨਾ ਮੁੱਖ ਮੰਤਰੀ ਰਹਿੰਦਾ, ਨਾ ਪ੍ਰਧਾਨ ਮੰਤਰੀ ਰਹਿੰਦਾ, ਨਾ ਕੋਈ ਚੇਅਰਮੈਨ ਰਹਿੰਦਾ। ਅਹੁਦੇਦਾਰ ਬਦਲਦੇ ਰਹਿੰਦੇ ਆ, ਸੰਸਥਾਵਾਂ ਸਦਾ ਰਹਿੰਦੀਆਂ। ਹਰਿਆਣਾ ਕਮੇਟੀ ਹਰਿਆਣਾ ਦੀਆਂ ਸੰਗਤਾਂ ਦੀ ਆ। ਮੈਂ ਸਭ ਨੂੰ ਅਪੀਲ ਕਰੂੰਗਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟ ਬਣਾਉਣ ਤੋਂ ਕੋਈ ਸਿੱਖ ਵਾਂਝਾ ਨਾ ਰਹੇ। ਇਹ ਸਿੱਖਾਂ ਦੀ ਵੋਟ ਬਣਨੀ ਆ, ਜਿਵੇਂ ਦੂਜੀਆਂ ਵੋਟਾਂ ਤਾਂ ਸਾਰੇ ਜਿਹੜਾ ਭਾਰਤੀ ਆ, ਭਾਰਤ ਨਿਵਾਸੀ, ਉਹਦੀ ਵੋਟ ਬਣਦੀ 18 ਸਾਲ ਤੋਂ ਬਾਅਦ। ਹਿੰਦੂ, ਸਿੱਖ, ਮੁਸਲਮਾਨ, ਈਸਾਈ, ਬੋਧੀ, ਜੈਨੀ
ਤਾਂ ਉਹ ਆਪਣੀ ਵੋਟ ਦਾ ਇਸਤੇਮਾਲ ਪੰਚੀ, ਸਰਪੰਚੀ, ਬਲਾਕ ਸਮਿਤੀ, ਜ਼ਿਲ੍ਹਾ ਪ੍ਰੀਸ਼ਦ, ਵਿਧਾਨ ਸਭਾ, ਪਾਰਲੀਮੈਂਟ 'ਚ ਕਰਦਾ। ਪਰ ਇਹ ਜਿਹੜੀਆਂ ਕਮੇਟੀ ਦੀਆਂ ਵੋਟਾਂ, ਇੱਕ ਮੈਂ ਹੋਰ ਬੇਨਤੀ ਕਰਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੇਲੇ 2011 ਜਿਹੜੀਆਂ ਵੋਟਾਂ ਬਣੀਆਂ ਸੀ, ਉਹ ਵੋਟਾਂ ਨਹੀਂ ਹੁਣ ਚੱਲਣੀਆਂ। ਕਈਆਂ ਦੇ ਮਨ 'ਚ ਭੁਲੇਖਾ ਕਿ ਸਾਡੀਆਂ ਵੋਟਾਂ ਬਣੀਆਂ ਹੋਈਆਂ, ਉਹ ਵੋਟਾਂ ਨਹੀਂ ਪੈਣੀਆਂ। ਇਹ ਧਾਰਮਿਕ ਵੋਟਾਂ ਹਰ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਉਸ ਵੇਲੇ ਨਵੇਂ ਸਿਰੇ ਤੋਂ ਬਣਦੀਆਂ। ਇਹ ਤਾਂ ਬਣਦੀਆਂ ਨੇ ਕਿਉਂਕਿ ਪਤਾ ਨਹੀਂ ਕਿਹੜਾ ਵੋਟਾਂ ਬਣਾਉਣ ਤੋਂ ਬਾਅਦ ਪਤਤ ਹੋ ਗਿਆ ਜਾਂ ਕਿਹੜਾ ਪਤਤ ਸਿੱਖ ਬਣ ਗਿਆ। ਸੋ ਇਸ ਕਾਰਨ ਕਰਕੇ ਜਿਹੜੀ ਸਿੱਖ ਦੀ ਵੋਟ ਬਣਦੀ ਹੈ, ਸਾਬਤ ਸੂਰਤ ਸਿੱਖ ਦੀ, ਤਾਂ ਮੈਂ ਸਭ ਨੂੰ ਅਪੀਲ ਕਰੂੰਗਾ ਕਿ ਜਿਹੜੀ ਵੋਟਾਂ ਦੇ ਅਸੀਂ ਸਰਕਾਰ ਨੂੰ ਬੇਨਤੀ ਕਰਕੇ 15 ਦਿਨ ਦਾ ਸਮਾਂ ਹੋਰ ਲਿਆ। ਸਰਕਾਰ ਨੇ ਆਪਣਾ ਹਰਿਆਣਾ ਸਰਕਾਰ ਨੇ ਅਪੀਲ ਪ੍ਰਵਾਨ ਕੀਤੀ ਹੈ ਸਾਡੀ, ਤੇ 15 ਦਿਨ ਦਾ ਸਮਾਂ ਹੋਰ ਦਿੱਤਾ। ਸੋ ਹੁਣ ਕੋਈ ਵੀ ਸਿੱਖ ਜਿਹੜਾ ਯੋਗਤਾ ਰੱਖਦਾ ਉਹ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ। ਪਹਿਲਾਂ ਹਿੰਦੀ ਦੇ ਫਾਰਮ ਆਏ ਸੀ, ਅਸੀਂ ਪੰਜਾਬੀ ਦੇ ਫਾਰਮ, ਲੱਖਾਂ ਫਾਰਮ ਸਰਕਾਰ ਤੋਂ ਬਣਵਾਏ ਆ। ਹੁਣ ਉਹ ਪੰਜਾਬੀ ਦੇ ਫਾਰਮ ਭਰੇ ਜਾਣ। ਜੇ ਕਿਤੇ ਪੰਜਾਬੀ ਦਾ ਉਪਲਬਧ ਨਹੀਂ ਹੁੰਦਾ, ਹਿੰਦੀ ਦਾ ਫਾਰਮ ਭਰ ਦਿਓ, ਪਰ ਸਾਈਨ ਆਪਣੇ ਦਸਖਤ ਜਿਹੜੇ ਆ ਉਹ ਜ਼ਰੂਰ ਪੰਜਾਬੀ ਦੇ ਵਿੱਚ ਕਰੋ, ਤਾਂ ਕਿ ਇਹਦੇ ਨਾਲ ਪਤਾ ਲੱਗੂਗਾ ਹਰਿਆਣੇ 'ਚ ਕਿੰਨੇ ਸਿੱਖ ਵੱਸਦੇ ਆ। ਹੁਣ ਸਿੱਖ ਵੱਸਦੇ ਆ 20-30 ਲੱਖ ਦੇ ਕਰੀਬ, ਤੇ ਵੋਟਾਂ ਬਣਨ 2-4 ਲੱਖ, ਤਾਂ ਮੈਂ ਸਮਝਦਾ ਇਹਦੇ ਨਾਲ ਸਾਡੀ ਸਟਰੈਂਥ ਪਾਵਰ ਘਟਦੀ ਆ। ਕੋਈ ਵੀ ਸਿੱਖ ਜਿਹੜਾ ਯੋਗਤਾ ਰੱਖਦਾ ਉਹ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ। ਜਿਹੜਾ ਸਾਬਤ ਸੂਰਤ ਨਹੀਂ ਆ ਉਹ ਸਾਬਤ ਸੂਰਤ ਹੋਵੇ। ਜਿਹੜਾ ਅੱਜ ਪਤਤ ਆ ਖੁਦ ਨਹੀਂ ਵੋਟ ਬਣਾ ਸਕਦਾ, ਤਾਂ ਆਪਣੀ ਪਤਨੀ ਦੀ, ਆਪਣੀ ਧੀ ਭੈਣ ਦੀ ਵੋਟ, ਆਪਣੇ ਬੱਚੇ ਦੀ ਵੋਟ ਜਿਹੜੀ ਆ ਉਹ ਜ਼ਰੂਰ ਬਣਾਏ। ਜਿਹੜਾ 18 ਸਾਲ ਤੋਂ ਵੱਧ ਉਮਰ ਦਾ ਗੁਰਸਿੱਖ ਆ ਉਹਦੀ ਵੋਟ ਜ਼ਰੂਰ ਬਣੇ। ਮੈਂਬਰ ਬਣਨ ਵਾਸਤੇ ਅੰਮ੍ਰਿਤਧਾਰੀ ਤੇ ਵੋਟਰ ਬਣਨ ਵਾਸਤੇ ਸਾਬਤ ਸੂਰਤ, ਇਹ ਬਹੁਤ ਜ਼ਰੂਰੀ ਆ। ਸੋ ਮੈਂ ਸਾਰਿਆਂ ਨੂੰ ਅੱਜ ਅਪੀਲ ਕਰਨ ਵਾਸਤੇ, ਪਹਿਲਾਂ ਵੀ ਕਈ ਪਿੰਡਾਂ ਦਾ ਦੌਰਾ ਕੀਤਾ ਸੀ, ਅੱਜ ਵੀ ਕਈ ਪਿੰਡਾਂ ਦਾ ਦੌਰਾ, ਜਿਵੇਂ ਪਹਿਲਾਂ ਸਿੰਘਪੁਰਾ, ਧਰਮਪੁਰਾ, ਤਖਤਮਲ, ਕੇਵਲ, ਰਾਮਪੁਰਾ, ਢਾਣੀ, ਅੱਜ ਵੀ ਅਸੀਂ ਚਕੇਰੀਆਂ, ਜਲਾਲਾਣਾ, ਕਾਲਾਂ ਵਾਲੀ ਪਿੰਡ, ਔਰ ਇਸੇ ਤਰ੍ਹਾਂ ਦੇਸੂ, ਮਲਕਾਣਾ, ਤਾਰੂਆਣਾ, ਇਹ ਵੱਖ-ਵੱਖ ਪਿੰਡਾਂ ਦੇ ਵਿੱਚ ਸੰਗਤਾਂ ਨੂੰ ਗੁਰੂ ਘਰਾਂ 'ਚ ਅਪੀਲ ਕੀਤੀ ਹੈ ਕਿ ਭਾਈ ਕੋਈ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ। ਹਰੇਕ ਨੂੰ ਆਪਣੀ ਵੋਟ ਜਿਹੜੀ ਉਹ ਜ਼ਰੂਰ ਬਣਾਉਣੀ ਚਾਹੀਦੀ ਹੈ, ਤਾਂ ਕਿ ਜਦੋਂ ਵੋਟਾਂ ਪੈਣਗੀਆਂ ਉਦੋਂ ਯੋਗ ਨੁਮਾਇੰਦਾ ਚੁਣ ਕੇ ਆਪਾਂ ਨੇ ਭੇਜਣਾ। ਅੱਜ ਸਿਰਫ ਵੋਟ ਬਣਾਉਣੀ ਹੈ। ਔਰ ਮੈਂ ਇਹ ਵੀ ਅਪੀਲ ਕਰੂੰਗਾ ਕਿ ਇਹਦੇ 'ਚ ਕੋਈ ਧੜੇਬਾਜ਼ੀ, ਕੋਈ ਪਾਰਟੀਬਾਜ਼ੀ ਨਹੀਂ ਹੈ। ਇਹ ਧਾਰਮਿਕ ਆਜ਼ਾਦੀ ਦੇ ਨਾਲ ਆਪਣੀ ਵੋਟ ਬਣਾਓ, ਤੇ ਧਾਰਮਿਕ ਆਜ਼ਾਦੀ ਦੇ ਨਾਲ ਵੋਟ ਪਾਉਣੀ ਆ। ਉਹਦੇ 'ਚ ਕੋਈ ਪਾਰਟੀਬਾਜ਼ੀ ਨਹੀਂ। ਅੱਜ ਕੋਈ ਪਾਰਟੀ ਵਾਲਾ ਆਪਣੇ ਕੋਲ ਵੋਟ ਬਣਾਉਣ ਆਉਂਦਾ, ਤੁਸੀਂ ਵੋਟ ਬਣਾਓ। ਜਦੋਂ ਪਾਉਣੀ ਆ ਉਦੋਂ ਧੜੇਬਾਜ਼ੀ, ਪਾਰਟੀਬਾਜ਼ੀ ਤੋਂ ਪਾਸੇ ਹੋ ਕੇ ਆਪਾਂ ਆਪਣੀ ਵੋਟ ਦਾ ਇਸਤੇਮਾਲ ਕਰਨਾ। ਚੰਗੇ ਪ੍ਰਬੰਧਕ ਚੁਣਨੇ ਆ, ਤਾਂ ਕਿ ਸਾਡੇ ਜਿਹੜੇ ਪ੍ਰਬੰਧਕ ਆ ਉਹ ਗੁਰੂ ਘਰਾਂ ਦਾ ਪ੍ਰਬੰਧ ਸੁਚੱਜਾ ਕਰਨ, ਨਾਲ ਜਿਹੜੇ ਸਾਡੇ 5 ਸਕੂਲ ਕਾਲਜ ਨੇ ਉਹਨਾਂ ਦਾ ਪ੍ਰਬੰਧ ਸੁਚੱਜਾ ਹੋਵੇ, ਤੇ ਹੋਰ ਸਕੂਲ ਕਾਲਜ ਖੋਲ੍ਹੇ ਜਾਣ। 150-200 ਕਰੋੜ ਦਾ ਬਜਟ ਜਿਹੜਾ ਹੈਗਾ ਉਹਦੀ ਸਹੀ ਵਰਤੋਂ ਕਰਨ ਵਾਲੇ ਨੁਮਾਇੰਦੇ ਜਿਹੜੇ ਆ ਉਹ ਸਾਹਮਣੇ ਆਉਣ। ਇਸ ਵਾਸਤੇ ਮੈਂ ਅਪੀਲ ਕਰਦਾ ਸਭ ਨੂੰ ਕਿ ਸਾਰੇ ਆਪੋ ਆਪਣੀ ਵੋਟ ਬਣਾਉਣ। ਤੇ ਇਹੀ ਅਪੀਲ ਕਰਨ ਵਾਸਤੇ ਅੱਜ ਮੈਂ ਤੁਹਾਡੇ ਚਰਨਾਂ 'ਚ ਆਇਆ ਕਿ ਗੁਰੂ ਘਰਾਂ ਦੇ ਪ੍ਰਬੰਧਕ ਜਿਹੜੇ ਆ ਉਹ ਗੁਰਸਿੱਖ ਚੰਗੇ ਯੋਗ ਚੁਣੇ ਜਾਣ, ਤੇ ਗੁਰੂ ਘਰਾਂ ਦਾ ਪ੍ਰਬੰਧ ਯੋਗ ਹੱਥਾਂ 'ਚ ਹੋਵੇ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਦਾ ਇੱਕ ਪ੍ਰਸ਼ਾਸਕ ਗੈਰ ਸਿੱਖ ਲਾਇਆ ਗਿਆ ਸੀ, ਤੇ ਪੂਰੀ ਕੌਮ ਦੇ ਵਿੱਚ ਉਸ ਦਾ ਵਿਰੋਧ ਉੱਠਿਆ ਸੀ, ਜਿਹਦੇ ਤੇ ਮਹਾਰਾਸ਼ਟਰ ਸਰਕਾਰ ਨੇ ਉਹਨੂੰ ਤੁਰੰਤ ਬਦਲ ਕੇ ਇੱਕ ਸਿੱਖ ਨੂੰ ਪ੍ਰਸ਼ਾਸਕ ਲਾ ਦਿੱਤਾ ਸੀ। ਚਾਹੇ ਕਿ ਹੋਣਾ ਇਹ ਚਾਹੀਦਾ ਕਿ ਉੱਥੇ ਦਾ ਬੋਰਡ ਆ ਉਹਦੀ ਚੋਣ ਹੋਣੀ ਚਾਹੀਦੀ ਹੈ। ਪਿਛਲੇ ਦਿਨਾਂ ਦੇ ਵਿੱਚ ਅੰਬਾਲੇ ਦੇ ਵਿੱਚ ਇੱਕ ਪੰਜਾਬੀ ਬਾਗ ਗੁਰਦੁਆਰਾ ਹੈ, ਉੱਥੇ ਕਮੇਟੀ ਦਾ ਕੁਝ ਜਿਹੜਾ ਆਡਿਟ ਦਾ ਡਿਸਪਿਊਟ ਸੀਗਾ, ਉਹਦੇ ਕਰਕੇ ਉੱਥੇ ਵੀ ਇੱਕ ਗੈਰ ਸਿੱਖ ਪ੍ਰਸ਼ਾਸਕ ਲਾ ਦਿੱਤਾ, ਪਰ ਕੋਈ ਨਹੀਂ ਬੋਲਿਆ। ਨਾ ਸ਼੍ਰੋਮਣੀ ਕਮੇਟੀ ਦਾ ਅਹੁਦੇਦਾਰ ਕੋਈ, ਨਾ ਹਰਿਆਣਾ ਕਮੇਟੀ ਦਾ, ਨਾ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ, ਨਾ ਕੋਈ ਹੋਰ ਸਿੱਖ। ਅਖਬਾਰਾਂ 'ਚ ਸਾਰੀ ਖਬਰ ਛਪੀ ਆ ਕਿ ਇੱਕ ਗੈਰ ਸਿੱਖ ਨੂੰ ਪ੍ਰਸ਼ਾਸਕ ਲਾਇਆ ਗਿਆ ਉੱਥੇ ਪੰਜਾਬੀ ਗੁਰਦੁਆਰੇ ਦਾ। ਸਾਡੇ ਉੱਥੇ ਅੰਬਾਲਾ ਸ਼ਹਿਰ 'ਚ ਮੈਂਬਰ ਸਾਹਿਬਾਨ ਨੇ, ਸਾਡੇ ਤਰਵਿੰਦਰਪਾਲ ਸਿੰਘ ਨੇ, ਸਰਦਾਰ TP ਸਿੰਘ ਨੇ, ਸਰਦਾਰ ਸੁਦਰਸ਼ਨ ਸਿੰਘ ਸਹਿਗਲ ਨੇ, ਸਾਡੇ ਉੱਥੇ ਸੀਨੀਅਰ ਮੈਂਬਰ ਨੇ ਬੈਠੇ। ਜੇ ਪ੍ਰਸ਼ਾਸਕ ਹੀ ਲਾਉਣਾ ਤਾਂ ਪੰਜਾਬੀ ਗੁਰਦੁਆਰੇ ਦਾ ਕਿਸੇ ਮੈਂਬਰ ਸਾਹਿਬਾਨ ਗੁਰਸਿੱਖ ਨੂੰ ਲਾਇਆ ਜਾ ਸਕਦਾ। ਕੋਈ ਸਰਕਾਰੀ ਅਫਸਰ ਹੀ ਲਾਉਣਾ ਤਾਂ ਕੋਈ ਸਿੱਖ ਅਫਸਰ ਜਿਹੜਾ ਉੱਥੇ ਲਾਇਆ ਜਾ ਸਕਦਾ, ਪਰ ਇਹ ਗੈਰ ਸਿੱਖ ਅਫਸਰ ਜਿਹੜਾ ਲਾਇਆ ਗਿਆ, ਮੈਂ ਸਮਝਦਾ ਕਿ ਸਿੱਖ ਸੰਗਤਾਂ ਨੂੰ, ਸਿੱਖ ਜਥੇਬੰਦੀਆਂ ਨੂੰ ਇਹ ਆਪਣਾ ਪ੍ਰੋਟੈਸਟ ਦਰਜ ਕਰਾਉਣਾ ਚਾਹੀਦਾ, ਤੇ ਸਰਕਾਰ, ਹਰਿਆਣਾ ਸਰਕਾਰ ਨੂੰ ਤੁਰੰਤ ਉੱਥੇ ਗੈਰ ਸਿੱਖ ਪ੍ਰਸ਼ਾਸਕ ਜਿਹੜਾ ਉਹ ਬਦਲ ਦੇਣਾ ਚਾਹੀਦਾ ਔਰ ਸਿੱਖ ਪ੍ਰਸ਼ਾਸਕ ਲਾਇਆ ਜਾਵੇ। ਔਰ ਇਸੇ ਵਾਸਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਵੋਟਾਂ ਬਣਾਓ। ਇਹ ਅਡਹੌਕ ਕਮੇਟੀ ਜਿਹੜੀ ਆ ਉਹ ਸਰਕਾਰ ਨੇ ਬਣਾਈ ਆ, 18 ਮਹੀਨਿਆਂ ਲਈ। ਪਹਿਲਾਂ ਹੁੱਡਾ ਸਰਕਾਰ ਨੇ ਬਣਾਈ ਸੀ, ਹੁਣ ਖੱਟੜ ਸਰਕਾਰ ਨੇ ਬਣਾਈ ਹੈ। ਇਹ ਸਰਕਾਰਾਂ ਦੀ ਬਣਾਈ ਅਡਹੌਕ ਜਿਹੜੀ ਕਮੇਟੀ ਹੈ, ਕਿਉਂਕਿ ਜ਼ਿੰਮੇਵਾਰੀ ਉਹਨਾਂ ਦੀ, ਕੁਝ ਕੰਮ ਸਰਕਾਰ ਨੇ ਕਰਨੇ, ਕੁਝ ਅਸੀਂ ਕਰਨੇ ਆ।
ਹੁਣ ਐਡਹੌਕ ਕਮੇਟੀ ਸਰਕਾਰ ਨੇ ਬਣਾਉਣੀ ਸੀ, ਬਣਾਤੀ। ਵਾਰਡ ਬੰਦੀ ਸਰਕਾਰ ਨੇ ਕਰਨੀ, 40 ਵਾਰਡ ਬਣਾਤੇ। ਔਰ ਇਸੇ ਤਰ੍ਹਾਂ ਗਾਂ ਸਰਕਾਰ ਨੇ ਵੋਟਾਂ ਬਣਾਉਣੀਆਂ ਨੇ, ਸਰਕਾਰ ਬਣਾ ਰਹੀ ਆ, ਬਣਵਾਉਣੀਆਂ ਆਪਾਂ ਨੇ ਆ। ਹੁਣ ਜੇ ਆਪਾਂ ਫਾਰਮ ਨਹੀਂ ਭਰਾਂਗੇ ਤਾਂ ਫਿਰ ਵੋਟ ਬਣੂ ਕਿਵੇਂ? ਜਿਹੜੇ ਕੰਮ ਸਰਕਾਰ ਦੇ ਉਹ ਸਰਕਾਰ ਕਰ ਰਹੀ ਆ, ਜਿਹੜੇ ਕੰਮ ਸਾਡੇ ਉਹ ਅਸੀਂ ਕਰਨੇ ਆ। ਜਿਹੜੇ ਕੰਮ ਐਡਹੌਕ ਕਮੇਟੀ ਦੇ ਆ, ਜਰਨਲ ਹਾਊਸ ਦੇ, ਉਹ ਐਡਹੌਕ ਕਮੇਟੀ ਨੇ ਕਰਨੇ ਆ। ਮੈਂ ਇੱਕ ਬੇਨਤੀ ਕਰਾਂ, ਕੋਈ ਵੀ ਪਾਰਟੀ ਹੋਵੇ, ਕੋਈ ਵੀ ਸਰਕਾਰ ਹੋਵੇ, ਸਿੱਖ ਆਪਣੇ ਗੁਰਦੁਆਰਿਆਂ ਦੇ ਵਿੱਚ ਧਰਮ ਦੇ ਕੰਮ 'ਚ ਕਿਸੇ ਸਰਕਾਰ ਪਾਰਟੀ ਦਾ ਦਖਲ ਜਿਹੜਾ ਉਹ ਬਰਦਾਸ਼ਤ ਨਹੀਂ ਕਰਦੇ। ਕਿਸੇ ਵੀ ਸਰਕਾਰ ਦਾ, ਕਿਸੇ ਪਾਰਟੀ ਦਾ ਦਖਲ ਗੁਰੂ ਘਰਾਂ 'ਚ ਧਰਮ ਦੇ ਵਿੱਚ ਬਰਦਾਸ਼ਤ ਨਹੀਂ ਕਰਦੇ। ਇਸ ਕਰਕੇ ਮੈਂ ਬੇਨਤੀ ਕਰਦਾ, ਕੋਈ ਸਿੱਖ, ਕੋਈ ਗੈਰ ਸਿੱਖ ਪਾਰਟੀ, ਕੋਈ ਵੀ ਸਰਕਾਰ ਸਾਡੇ ਧਾਰਮਿਕ ਅਦਾਰਿਆਂ 'ਚ ਦਖਲ ਨਾ ਦੇਵੇ। ਜੋ ਉਹਦੀ ਜ਼ਿੰਮੇਵਾਰੀ ਉਹ ਨਿਭਾਵੇ, ਔਰ ਜਿਹੜਾ ਸਾਡਾ ਗੁਰਸਿੱਖਾਂ ਦਾ ਫਰਜ਼ ਆ ਉਹ ਅਸੀਂ ਆਪ ਨਿਭਾਈਏ। ਜੋ ਸਾਡੇ ਹਰਿਆਣਾ ਕਮੇਟੀ ਐਡਹੌਕ ਦਾ ਜੋ ਸਾਡਾ ਅਧਿਕਾਰ ਖੇਤਰ ਆ, ਜਾਂ ਜਰਨਲ ਹਾਊਸ ਦਾ, ਜਾਂ ਐਗਜ਼ੈਕਟਿਵ ਦਾ, ਅਸੀਂ ਉਹਨੂੰ ਵਰਤੀਏ, ਉਸ ਅਨੁਸਾਰ ਕੰਮ ਕਰੀਏ। ਜੋ ਸਰਕਾਰ ਨੇ ਕਰਨਾ ਉਹ ਸਰਕਾਰ ਕਰੇ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਜੋ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ, ਉਹ ਨਾਲ ਦੀ ਨਾਲ ਉਸ ਨੂੰ ਇੰਪਲੀਮੈਂਟ ਕਰਦੇ ਆ। ਅਸੀਂ ਚੋਣਾਂ ਦਾ ਕਿਹਾ, ਉਹਨਾਂ ਨੇ ਚੋਣਾਂ ਦਾ ਐਲਾਨ ਕਰ ਦਿੱਤਾ ਵੀ ਵੋਟਾਂ ਬਣਾਓ, ਵਾਰਡਬੰਦੀ ਕਰੋ। ਤੇ ਸਾਨੂੰ ਸਰਸੇ ਜ਼ਿਲ੍ਹੇ ਨੂੰ ਇਸ ਗੱਲ ਦਾ ਮਾਣ ਆ ਕਿ ਪੂਰੇ ਹਰਿਆਣੇ 'ਚ ਚੌਥਾ ਹਿੱਸਾ, 40 ਮੈਂਬਰਾਂ 'ਚੋਂ 9 ਮੈਂਬਰ ਸਰਸੇ ਜ਼ਿਲ੍ਹੇ 'ਚੋਂ ਬਣਨੇ ਆ। ਇੱਥੇ 10-10, 12-12 ਪਿੰਡਾਂ ਦਾ ਹਲਕਾ, ਕਿਉਂਕਿ ਸਾਰੇ ਸਿੱਖ ਵੋਟ ਆ। ਪਰ ਜਦੋਂ ਇੱਧਰ ਨੂੰਹ ਮਵਾਤ, ਫਰੀਦਾਬਾਦ, ਗੁੜਗਾਉਂ ਵੱਲ ਚਲੇ ਜਾਈਏ, ਉੱਥੇ 3-3 ਜ਼ਿਲ੍ਹਿਆਂ ਦਾ ਇੱਕ ਮੈਂਬਰ ਬਣਨਾ। ਕਿੰਨੇ ਪਿੰਡਾਂ ਦੇ ਵਿੱਚ ਮੈਂਬਰ ਨੂੰ ਘੁੰਮਣਾ ਪਊਗਾ, ਫਿਰ ਜਾ ਕੇ ਮੈਂਬਰ ਬਣਨਾ। ਇੱਧਰ ਸਾਡੇ ਸਿਰਸਾ ਜ਼ਿਲ੍ਹੇ 'ਚ 9 ਮੈਂਬਰ ਬਣਨੇ ਆ। ਸੋ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਵੋਟ ਬਣਾਓ, ਨਹੀਂ ਤਾਂ ਮੁੜ ਕੇ ਰੰਜ ਰਹਿ ਜਾਊਗਾ ਕਿ ਅਸੀਂ ਵੋਟ ਪਾਉਣ ਦਾ ਹੱਕ ਗਵਾ ਲਿਆ। ਇਸ ਕਰਕੇ ਸਾਰਿਆਂ ਨੂੰ ਆਪਣੀ ਵੋਟ ਜਿਹੜੀ ਆ ਉਹ ਬਣਾਉਣੀ ਚਾਹੀਦੀ ਆ। ਇਹ ਅਪੀਲ ਕਰਨ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਅੱਜ ਗਏ ਆ, ਔਰ ਵਾਇਆ ਮੀਡੀਆ ਤੁਹਾਡੇ ਰਾਹੀਂ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਦੇ ਆ, ਵਿਸ਼ੇਸ਼ ਕਰਕੇ ਸਭ ਨੂੰ, ਕਿ ਕੋਈ ਵੀ ਸਿੱਖ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ। ਪ੍ਰਬੰਧਕ ਬਦਲਦੇ ਰਹਿੰਦੇ ਆ, ਪ੍ਰਧਾਨ, ਸਕੱਤਰ, ਮੀਤ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਐਗਜ਼ੈਕਟਿਵ ਮੈਂਬਰ, ਇਹ ਸਭ ਬਦਲਦੇ ਰਹਿੰਦੇ ਆ, ਪਰ ਸੰਸਥਾਵਾਂ ਸਦਾ ਰਹਿੰਦੀਆਂ ਨੇ। ਤੁਹਾਨੂੰ ਵੀ ਇਹ ਸੇਵਾ ਕਰਨ ਦਾ ਮੌਕਾ ਮਿਲ ਸਕਦਾ। ਅੱਜ ਤੁਸੀਂ ਵੋਟਰ ਬਣੋਗੇ, ਕੱਲ ਨੂੰ ਮੈਂਬਰ ਵੀ ਬਣ ਸਕਦੇ ਆ। ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹ ਸੇਵਾ ਦਾ ਮੌਕਾ ਹੱਥੋਂ ਨਹੀਂ ਗਵਾਉਣਾ, ਆਪਣਾ ਹੱਕ ਨਹੀਂ ਗਵਾਉਣਾ। ਵੋਟ ਬਣਾਓ ਆਪੋ ਆਪਣਾ, ਤਾਂ ਕਿ ਅਸੀਂ ਚੰਗੇ ਪ੍ਰਬੰਧਕ, ਜਦੋਂ ਇਲੈਕਸ਼ਨ 2-4-6 ਮਹੀਨਿਆਂ ਨੂੰ ਜਦੋਂ ਇਲੈਕਸ਼ਨ ਹੋਵੇ, ਉਦੋਂ ਅਸੀਂ ਆਪਣਾ ਜਿਹੜਾ ਯੋਗ ਗੁਰਸਿੱਖ ਜਿਹੜਾ ਪ੍ਰਬੰਧਕ ਆ ਉਹ ਚੁਣ ਕੇ ਭੇਜ ਸਕੀਏ। बलजीत सिंह दादूवाल अध्यक्ष पद का चुनाव लड़ेंगे। ਅੱਜ ਜਿਹੜਾ ਹੈਗਾ ਨਾ, ਵੋਟਾਂ ਬਣਾਉਣ ਦੀ ਗੱਲ ਆ, ਕੋਈ ਇਲੈਕਸ਼ਨ ਨਹੀਂ ਹੋ ਰਹੀ ਅੱਜ ਤਾਂ ਸਿਰਫ ਵੋਟਾਂ ਬਣਾਉਣ ਵਾਸਤੇ ਬੇਨਤੀ। ਮੈਂ ਤਾਂ ਅਧਿਆਕਸ਼ ਰਹਿ ਚੁੱਕਾ ਪਹਿਲਾਂ 2-2.5 ਸਾਲ ਇਹਦੀ ਸੇਵਾ, ਤੇ ਕਦੇ ਵੀ ਕੋਈ ਅਧਿਆਕਸ਼, ਜਾਂ ਮੈਂ ਪਹਿਲਾਂ ਕਹਿ ਚੁੱਕਾ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਕੋਈ ਸਦਾ ਨਹੀਂ ਰਹਿੰਦਾ। ਸੰਸਥਾਵਾਂ ਸਦਾ ਰਹਿੰਦੀਆਂ। ਇਸ ਸੰਸਥਾ ਨੂੰ ਬਣਾਉਣ ਲਈ ਅਸੀਂ ਜੱਦੋਜਹਿਦ ਕੀਤੀ ਹੈ। ਜੇ ਸਾਡੀਆਂ ਸੰਗਤਾਂ ਜਾਂ ਮੈਂਬਰ ਕਹਿਣਗੇ ਵੀ ਇਹ ਸੇਵਾ ਨਿਭਾਓ, ਤੇ ਸੇਵਾ ਲਈ ਹਮੇਸ਼ਾ ਹਾਜ਼ਰ। ਅੱਜ ਵੀ ਸੇਵਾ ਕਰ ਰਹੇ ਆ, ਜੇਲਾਂ ਵੀ ਕੱਟੀਆਂ, ਮੁਕੱਦਮੇ ਵੀ ਝੱਲੇ, ਕਾਨੂੰਨੀ ਲੜਾਈ ਵੀ ਲੜੀ, ਪ੍ਰਬੰਧ ਵੀ ਲੈ ਕੇ ਦਿੱਤਾ ਨਾਲ ਹੋ ਕੇ। तो ਅੱਜ ਵੀ ਅਸੀਂ ਸੇਵਾ ਨਿਭਾ ਰਹੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਤੌਰ ਮੈਂਬਰ ਮੈਂ ਸੇਵਾ ਕਰ ਰਿਹਾ, ਸਾਬਕਾ ਐਕਸ ਪ੍ਰੈਜ਼ੀਡੈਂਟ ਤੌਰ ਤੇ ਸੇਵਾ ਕਰ ਰਿਹਾ, ਔਰ ਮੈਂ ਇਹਦੇ ਚ ਲਗਾਤਾਰ ਯਤਨਸ਼ੀਲ ਹਾਂ। ਔਰ ਇਹ ਹਰਿਆਣੇ ਦੇ ਸਿੱਖਾਂ, ਮੈਨੂੰ ਮਾਣ ਰਹੇਗਾ ਇਸ ਗੱਲ ਦਾ ਕਿ ਹਰਿਆਣਾ ਕਮੇਟੀ ਦਾ ਕੇਸ ਵੀ ਮੇਰੀ ਮੁੱਖ ਸੇਵਾਦਾਰੀ ਵੇਲੇ ਜਿੱਤਿਆ ਗਿਆ, ਤੇ ਪ੍ਰਬੰਧ ਵੀ ਜਦੋਂ ਇਹ ਹਰਿਆਣੇ ਦੇ ਸਿੱਖਾਂ ਨੂੰ ਲੈ ਕੇ ਦਿੱਤਾ ਹੈ। ਔਰ ਇਸ ਹਰਿਆਣਾ ਕਮੇਟੀ ਲਈ ਜੇਲਾਂ ਮੁਕੱਦਮੇ ਵੀ ਕੱਟੇ। ਹਰਿਆਣੇ ਦੇ ਸਿੱਖਾਂ ਨੂੰ ਇੱਕ ਪਲੇਟਫਾਰਮ ਲੈ ਕੇ ਦੇਣ ਵਾਸਤੇ, ਇੱਕ ਧਾਰਮਿਕ ਪਲੇਟਫਾਰਮ ਇਹ ਸਿੱਖਾਂ ਦੇ ਕੋਲ ਆ। ਔਰ ਇਸ ਧਾਰਮਿਕ ਪਲੇਟਫਾਰਮ ਤੋਂ ਅੱਗੇ ਤੁਸੀਂ ਆਪਣਾ ਜਿਹੜੀ ਹਰ ਗੱਲ ਜਿਹੜੀ ਆ, ਜਿਵੇਂ ਸ਼੍ਰੋਮਣੀ ਕਮੇਟੀ ਆ, ਜਿਵੇਂ ਦਿੱਲੀ ਕਮੇਟੀ ਆ, ਇਵੇਂ ਹਰਿਆਣਾ ਕਮੇਟੀ ਜਿਹੜੀ ਆ ਉਹ ਹਰਿਆਣੇ ਦੇ ਸਿੱਖਾਂ ਦਾ ਇੱਕ ਪਲੇਟਫਾਰਮ ਆ। ਇਹਦੇ ਲਈ ਬੇਨਤੀ ਆ ਕਿ ਸਾਰੇ ਆਪਣੀ ਵੋਟ ਬਣਾਓ। ਅੱਜ ਵੋਟ ਬਣਾਉਣ ਦੀ ਗੱਲ ਆ, ਕੱਲ ਨੂੰ ਕਿਹਨੇ ਇਲੈਕਸ਼ਨ ਲੜਨਾ, ਕਿਹਨੇ ਨਹੀਂ ਲੜਨਾ, ਕੌਣ ਮੈਂਬਰ ਬਣਨਾ, ਕਿਹੜੇ ਮੈਂਬਰਾਂ ਚੋਂ ਕੌਣ ਪ੍ਰਧਾਨ ਬਣਨਾ, ਅਧਿਆਕਸ਼ ਬਣਨਾ, ਇਹ ਆਉਣ ਵਾਲੇ ਸਮੇਂ ਦੀਆਂ ਗੱਲਾਂ ਨੇ। ਅੱਜ ਬਾਬਾ ਜੀ ਤੁਸੀਂ ਕਿਹਾ ਕਿ ਹਰ ਸਿੱਖ ਵੋਟ ਬਣਾਵੇ, ਇੱਕ ਤੁਹਾਡੇ ਮਤਲਬ ਸਿੱਖ ਨੇ ਹਾਈ ਕੋਰਟ 'ਚ ਕੇਸ ਕਰ ਰੱਖਿਆ ਵੀ ਹਰਿਆਣਾ ਕਮੇਟੀ ਦੇ ਅਨੁਸਾਰ ਸਿੱਖ ਦੀ ਪਰਿਭਾਸ਼ਾ ਪ੍ਰਭਾਸ਼ਿਤ ਨਹੀਂ ਕੀਤੀ ਗਈ ਹੈ, ਤੇ ਫਿਰ ਤੁਸੀਂ ਕਹਿ ਰਹੇ ਹੋ ਵੀ ਹਰ ਬੰਦਾ ਵੋਟ ਬਣਾਵੇ। ਜਦੋਂ ਤੱਕ ਉਹ ਫੈਸਲਾ ਨਹੀਂ ਆਉਂਦਾ ਹਾਈ ਕੋਰਟ ਦਾ, ਫਿਰ ਤੁਸੀਂ ਕਿਵੇਂ ਲਾਗੂ ਕਰੋਗੇ ਵੀ ਇਹ ਬੰਦਾ ਵੋਟ ਬਣਵਾ ਸਕਦਾ, ਨਹੀਂ ਬਣਵਾ ਸਕਦਾ? ਦੇਖੋ, ਸਿੱਖ ਦੀ ਪਰਿਭਾਸ਼ਾ ਜਿਹੜੀ ਹੈ ਤੈਅ ਹੋ ਚੁੱਕੀ ਹੈ ਪਹਿਲਾਂ। ਜਿਹੜਾ ਮਰਿਆਦਾ ਦਾ ਮਸਲਾ ਹੁੰਦਾ ਉਹ ਕਿਸੇ ਸਰਕਾਰ ਦਾ ਮਸਲਾ ਨਹੀਂ, ਕੋਰਟ ਦਾ ਮਸਲਾ ਨਹੀਂ ਹੈ। ਮਰਿਆਦਾ ਦਾ ਸਾਡੇ ਧਰਮ ਦਾ ਮਸਲਾ, ਸ੍ਰੀ ਅਕਾਲ ਤਖਤ ਸਾਹਿਬ ਦਾ ਮਸਲਾ ਸੀ। ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖ ਹਾਂ, ਤੇ ਜਦੋਂ ਪਹਿਲਾਂ ਵੀ ਇਹ ਜਿਹੜਾ ਮਸਲਾ ਸਿੱਖੀ ਦੀ ਪਰਿਭਾਸ਼ਾ ਦਾ ਸੁਪਰੀਮ ਕੋਰਟ 'ਚ ਗਿਆ ਸੀਗਾ, ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਵੱਲੋਂ ਡਾਕਟਰ ਪਰਮਜੀਤ ਸਿੰਘ ਰਾਣੂ
ਉਹ ਲੈ ਕੇ ਗਏ। ਉਹਦੇ ਕਰਕੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਹੁਤ ਚਿਰ ਡਿਲੇ ਹੋਈਆਂ। ਬਹੁਤ ਚਿਰ ਜਿਹੜੇ ਚੁਣੇ ਹੋਏ ਮੈਂਬਰ ਸੀ ਉਹ ਵੀ ਮੈਂਬਰ ਨਹੀਂ ਸੀਗੇ, ਔਰ ਜਿਹੜੀ ਐਗਜ਼ੈਕਟਿਵ ਸੀ 15 ਮੈਂਬਰੀ ਉਹੀ ਚਲਾਉਂਦੀ ਰਹੀ ਸ਼੍ਰੋਮਣੀ ਕਮੇਟੀ ਨੂੰ। ਸੋ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਵੀ ਫੈਸਲਾ ਆ ਚੁੱਕਾ, ਜੋ ਅਕਾਲ ਤਖਤ ਸਾਹਿਬ ਨੇ ਪਰਿਭਾਸ਼ਾ ਦਿੱਤੀ ਉਹਨੂੰ ਹੀ ਸੁਪਰੀਮ ਕੋਰਟ ਨੇ ਮੰਨਿਆ। ਤਾਂ ਸਿੱਖ ਦੀ ਪਰਿਭਾਸ਼ਾ ਜਿਹੜੀ ਆ ਉਹ ਤੈਅ ਹੋ ਚੁੱਕੀ ਆ। ਹਰਿਆਣੇ 'ਚ ਵੱਖਰਾ ਸਿੱਖ ਨਹੀਂ ਆ, ਪੰਜਾਬ 'ਚ ਵੱਖਰਾ, ਦਿੱਲੀ 'ਚ ਵੱਖਰਾ। ਕੋਈ ਸਿੱਖਾਂ ਦੀ ਪਰਿਭਾਸ਼ਾ, ਦੁਨੀਆ ਭਰ ਦੇ ਸਿੱਖਾਂ ਦੀ ਇੱਕੋ ਪਰਿਭਾਸ਼ਾ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਤੈਅ ਆ ਤੇ ਜਿਹਨੂੰ ਭਾਰਤ ਵਿੱਚ ਸੁਪਰੀਮ ਕੋਰਟ ਨੇ ਮਾਨਤਾ ਦੇ ਦਿੱਤੀ। ਭਾਰਤ ਦੀ ਕਿਸੇ ਵੀ ਸਟੇਟ ਦੇ ਅੰਦਰ ਕੋਈ ਵੱਖਰੀ ਪਰਿਭਾਸ਼ਾ ਨਹੀਂ ਹੈ, ਇੱਕੋ ਹੀ ਪਰਿਭਾਸ਼ਾ ਜਿਹੜੀ ਅਕਾਲ ਤਖਤ ਸਾਹਿਬ ਨੇ ਦਿੱਤੀ ਤੇ ਜਿਹਨੂੰ ਸੁਪਰੀਮ ਕੋਰਟ ਨੇ ਵੀ ਮਾਨਤਾ ਦਿੱਤੀ ਆ। ਉਸੇ ਤਰੀਕੇ ਦੇ ਨਾਲ ਉਸੇ ਪਰਿਭਾਸ਼ਾ ਦੇ ਤਹਿਤ ਅਸੀਂ ਸਿੱਖਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਜਿਹੜਾ ਸਿੱਖ ਆ ਉਹ ਆਪਣੀ ਵੋਟ ਬਣਾਏ। ਜਿਹੜਾ ਸਾਬਤ ਸੂਰਤ ਸਿੱਖ ਆ, ਜਿਹੜਾ ਪਤਿਤ ਸਿੱਖ ਆ, ਉਹ ਆਪਣੀ ਵੋਟ ਨਹੀਂ ਬਣਾ ਸਕਦਾ। ਇਸੇ ਕਰਕੇ ਅਸੀਂ ਸਾਰੇ ਜਿਨ੍ਹਾਂ ਨੇ ਦਾੜੇ ਕੇਸਾਂ ਨੂੰ ਕਤਲ ਕੀਤਾ ਉਹਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਭਾਈ ਕੇਸ ਗੁਰੂ ਕੀ ਮੋਹਰ ਆ, ਸਾਬਤ ਸੂਰਤ ਬਣੋ, ਤੁਹਾਡੀ ਸਟਰੈਂਥ ਪਾਵਰ ਦਾ ਪਤਾ ਲੱਗੇ। ਜੇ 20-30 ਲੱਖ ਸਿੱਖ ਹਰਿਆਣੇ 'ਚ ਵੱਸਦਾ ਤਾਂ ਉਹਨਾਂ ਦੀਆਂ ਵੋਟਾਂ ਵੀ ਉਸ ਹਿਸਾਬ ਨਾਲ 10-15 ਲੱਖ ਬਣਨੀਆਂ ਚਾਹੀਦੀਆਂ। ਜੇਕਰ ਵੋਟਾਂ ਹੀ 1-2 ਲੱਖ ਬਣੀਆਂ ਤੇ ਫਿਰ ਸਾਡੀ ਸਟਰੈਂਥ ਪਾਵਰ ਦਾ ਵੀ ਨਹੀਂ ਪਤਾ ਲੱਗੇਗਾ ਕਿ ਸਿੱਖ ਹੈ ਕਿੰਨੇ ਕੁ ਹਰਿਆਣੇ 'ਚ। ਅੱਜ ਕੋਈ ਵੀ ਸਿੱਖ ਜਿਹੜਾ ਹੈਗਾ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਰਿਭਾਸ਼ਿਤ ਹੈ, ਸਿੱਖ ਦੀ ਪਰਿਭਾਸ਼ਾ, ਸਿੱਖ ਦੀ ਆਇਡੈਂਟੀਟੀ ਤੇ ਜਿਹਨੂੰ ਸੁਪਰੀਮ ਕੋਰਟ ਨੇ ਵੀ ਮਾਨਤਾ ਦਿੱਤੀ ਆ, ਉਹਦੇ ਤਹਿਤ ਅਸੀਂ ਸਭ ਨੂੰ ਅਪੀਲ ਕਰ ਰਹੇ ਹਾਂ ਕਿ ਵੋਟ ਬਣਾਓ ਤੇ ਉਹ ਵੋਟ ਬਣਾ ਕੇ ਰੱਖੋ, ਉਹਦਾ ਇਸਤੇਮਾਲ ਆਪਾਂ ਇਲੈਕਸ਼ਨ ਦੇ ਵਿੱਚ ਕਰਨਾ। ਰਾਜੂ ਸਾਹਿਬ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਜਿਹੜੀ ਰਫ਼ਤਾਰ ਹੈ ਹੁਣ ਤੱਕ ਮੱਠੀ ਰਹੀ, ਉਸ ਦੇ ਵਿੱਚ ਤੇਜ਼ੀ ਲਿਆਉਣ ਲਈ ਤੁਹਾਡੇ ਵੱਲੋਂ ਕੀ ਯਤਨ ਕੀਤੇ ਜਾ ਰਹੇ ਆ? ਉਹਦੇ ਵਾਸਤੇ ਅਸੀਂ ਵਾਇਆ ਮੀਡੀਆ ਬੇਨਤੀ ਕਰ ਰਹੇ ਹਾਂ। ਤੂਫਾਨੀ ਦੌਰਾ ਪਿੰਡਾਂ ਦਾ ਕੀਤਾ ਵਾ। ਇਹਦਾ ਤੁਹਾਨੂੰ ਪਤਾ ਕਾਰਨ ਰਿਹਾ ਕਿ ਪਿਛਲੇ ਸਮੇਂ ਉਹ ਮਹੰਤ ਆ ਕੇ ਪ੍ਰਧਾਨ ਬਣਾਤਾ ਸੀਗਾ। ਜਿਹੜੇ 1921 ਚ ਮਹੰਤ ਅਸੀਂ ਕੱਢੇ ਸੀਗੇ, 2022 ਚ ਮਹੰਤ ਬਣਾਤਾ ਲਿਆ ਕੇ, ਤਾਂ ਉਹਦੇ ਕਰਕੇ ਸੰਗਤਾਂ 'ਚ ਨਿਰਾਸ਼ਤਾ ਫੈਲੀ। ਅੱਜ ਉਹ ਮਹੰਤ ਦਾ ਅਸਤੀਫਾ ਲੈ ਲਿਆ ਔਰ ਮਹੰਤ ਅੱਡੀਆਂ ਨੂੰ ਥੁੱਕ ਲਾ ਕੇ ਫਰਾਰ ਹੋ ਚੁੱਕਾ ਵਾ। ਤੇ ਇਸ ਕਾਰਨ ਕਰਕੇ ਹੁਣ ਸੰਗਤਾਂ ਨਿਰਾਸ਼ਤਾ ਦੇ ਆਲਮ 'ਚੋਂ ਬਾਹਰ ਆਉਣ। ਤੇ ਹੁਣ ਜਿਹੜਾ ਹੈਗਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜੇਕਰ ਤੁਸੀਂ ਨਹੀਂ ਵੋਟਾਂ ਬਣਾਓਗੇ, ਇਲੈਕਸ਼ਨ ਨਹੀਂ ਹੋਊਗੀ, ਤਾਂ ਫਿਰ ਜਿਹਦੀ ਸਰਕਾਰ ਆਇਆ ਕਰੇਗੀ ਉਹ ਆਪਣੀ ਕਮੇਟੀ ਬਣਾ ਲਿਆ ਕਰੇਗੀ। ਫਿਰ ਸਰਕਾਰਾਂ ਦਾ ਦਖਲ ਸਾਡੇ ਗੁਰਦੁਆਰਿਆਂ 'ਚ ਰਹੂਗਾ। ਤਾਂ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਸਿੱਖ ਹੋਰ ਸਭ ਕੁਝ ਬਰਦਾਸ਼ਤ ਕਰ ਸਕਦਾ, ਪਰ ਕਿਸੇ ਪਾਰਟੀ ਦਾ, ਸਰਕਾਰ ਦਾ ਦਖਲ ਗੁਰੂ ਘਰ ਦੇ ਵਿੱਚ ਸਿੱਖ ਬਰਦਾਸ਼ਤ ਨਹੀਂ ਕਰਦਾ। ਇਸ ਕਾਰਨ ਕਰਕੇ ਮੇਰੀ ਬੇਨਤੀ ਹੈ ਕਿ ਵੋਟਾਂ ਬਣਾਓ, ਤੇਜ਼ੀ ਲਿਆਓ। ਤੇਜ਼ੀ ਲਿਆਉਣ ਲਈ ਮੈਂ ਅਪੀਲ ਕਰ ਰਿਹਾ ਸਾਰਿਆਂ ਨੂੰ ਕਿ ਆਪੋ ਆਪਣੀ ਵੋਟ ਜਿਹੜੀ ਆ ਜ਼ਰੂਰ ਬਣਾਓ। ਵੋਟ ਪਾਉਣੀ ਆ ਜਦੋਂ, ਉਦੋਂ ਆਪਣੀ ਮਰਜ਼ੀ ਨਾਲ ਇਸਤੇਮਾਲ ਕਰ ਲਿਓ ਕਿ ਤੁਸੀਂ ਕਿਹਨੂੰ ਚੁਣਨਾ, ਕਿਹਨੂੰ ਬਣਾਉਣਾ ਵਾ। ਉਦੋਂ ਵੀ ਮੈਂ ਬੇਨਤੀ ਕਰਦਾ ਵੀ ਧੜੇਬਾਜ਼ੀ, ਪਾਰਟੀਬਾਜ਼ੀ ਨਾ ਰੱਖਿਓ। ਗੁਰਸਿੱਖ ਜਿਹੜਾ ਯੋਗ ਉਮੀਦਵਾਰ ਆ ਚੁਣ ਕੇ ਭੇਜਿਓ, ਪਰ ਅੱਜ ਵੋਟ ਬਣਾ ਲਓ। ਅੱਜ ਵੋਟ ਬਣਾਉਣ ਦਾ ਸਮਾਂ ਆ। ਇਲੈਕਸ਼ਨ ਦੇ 2-4-6 ਮਹੀਨਿਆਂ ਜਦੋਂ ਵੀ ਹੋਣੀ ਆ, ਉਸ ਵੇਲੇ ਤਾਂ ਇਸਤੇਮਾਲ ਕਰ ਸਕੋਗੇ ਜੇ ਅੱਜ ਵੋਟ ਬਣਾਓਗੇ। ਅੱਜ ਸਭ ਨੂੰ ਅਪੀਲ ਆ ਵਾਇਆ ਮੀਡੀਆ ਕਿ ਵੋਟ ਹਰ ਸਿੱਖ ਬਣਾਵੇ। ਹਰਿਆਣੇ ਦਾ ਕੋਈ ਵੀ ਸਿੱਖ, ਹੁਣ ਸਰਕਾਰ ਤੇ ਉਦਮ ਕਰ ਰਹੀ ਹੈ। ਮੁੱਖ ਮੰਤਰੀ ਸਾਹਿਬ ਨੂੰ ਜਿਹੜੀ ਅਪੀਲ ਕੀਤੀ ਉਹਨਾਂ ਨੇ ਉਦੋਂ ਹੀ ਮੰਨੀ। ਵਾਰਡਬੰਦੀ ਦਾ ਕਿਹਾ, ਵਾਰਡਬੰਦੀ ਕਰਾਤੀ। ਵੋਟਾਂ ਬਣਾਉਣ ਦਾ ਕਿਹਾ, ਵੋਟਾਂ ਬਣਾਉਣ ਲਈ ਉਹਨਾਂ ਨੇ ਕਾਰਵਾਈ ਸ਼ੁਰੂ ਕਰਾਤੀ। ਪੰਜਾਬੀ ਦੇ ਫਾਰਮ ਕਿਹਾ, ਪੰਜਾਬੀ ਦੇ ਫਾਰਮ ਉਹਨਾਂ ਨੇ ਦੇ ਦਿੱਤੇ ਆ। ਹੁਣ ਬਣਵਾਉਣੀਆਂ ਤੇ ਆਪਾਂ ਨੇ ਆ ਨਾ। ਹੁਣ ਸਾਡਾ ਫਰਜ਼ ਬਣਦਾ ਕਿ ਆਪਾਂ ਵੋਟਾਂ ਨੂੰ ਬਣਵਾਈਏ। ਉਹਦੇ ਵਾਸਤੇ ਹਰ ਸਿੱਖ ਜਿਹੜਾ ਉਹ ਉਦਮ ਕਰੇ। ਹਰਿਆਣਾ ਕਮੇਟੀ ਦੇ ਮਸਲੇ ਤੋਂ ਹਟ ਕੇ ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਮਨਪ੍ਰੀਤ ਸਿੰਘ ਬਾਦਲ ਜਿਹੜੇ ਆ ਉਹਨਾਂ ਦੇ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਪਿੱਛੇ ਵੀ ਤੁਹਾਡੀ ਪ੍ਰਤੀਕਿਰਿਆ ਉਹਨਾਂ ਦੇ ਮਸਲੇ ਤੇ ਆਈ ਸੀ, ਤਾਂ ਇਸ ਮਸਲੇ ਦੇ ਮਨਪ੍ਰੀਤ ਬਾਦਲ ਬਾਰੇ ਤੁਹਾਡੀ ਪ੍ਰਤੀਕਿਰਿਆ ਜਾਣਨਾ ਚਾਹਾਂਗਾ। ਦੇਖੋ, ਮਨਪ੍ਰੀਤ ਸਿੰਘ ਬਾਦਲ ਬਾਰੇ ਮੈਂ ਪਹਿਲਾਂ ਵੀ ਸਟੇਟਮੈਂਟ ਜਾਰੀ ਕਰ ਚੁੱਕਿਆ ਕਿ ਉਹਦਾ ਜਿਹੜਾ ਮਖੌਟਾ ਸੀ ਨਾ ਇਮਾਨਦਾਰੀ ਦਾ, ਉਹ ਲੈ ਚੁੱਕਾ। ਜਿਹੜਾ ਗਾਲਬ ਦੇ ਸ਼ੇਰ ਸੁਣਾ ਕੇ ਲੋਕਾਂ ਦੇ ਢਿੱਡ ਭਰਦਾ ਸੀਗਾ, 2 ਵਾਰ ਚੀਫ ਆਪਣਾ ਫਾਈਨਾਂਸ ਮਿਨਿਸਟਰ ਰਿਹਾ, ਅਕਾਲੀ ਸਰਕਾਰ 'ਚ ਵੀ, ਕਾਂਗਰਸ ਸਰਕਾਰ 'ਚ ਵੀ, ਤੇ ਖਾਲੀ ਪੀਪਾ ਖੜਕਾਉਂਦਾ ਰਿਹਾ। ਅੱਜ ਉਹਦਾ ਸੱਚਾਈ ਸਾਹਮਣੇ ਆ ਗਈ ਹੈ ਸਾਰੀ, ਕਿ ਅੱਜ ਉਹਨੂੰ ਪਹਿਲਾਂ ਬਲੈਂਕਟ ਬੇਲ ਅਪਲਾਈ ਕਰਨੀ ਪਈ, ਜਦੋਂ ਪਰਚਾ ਹੋ ਗਿਆ ਤੇ ਅੱਜ ਉਹਨੂੰ ਜਿਹੜਾ ਹੈਗਾ ਰੈਗੂਲਰ ਬੇਲ ਵਾਸਤੇ ਜਾਂ ਐਂਟੀਸਪੈਟਰੀ ਲਈ ਜਿਹੜਾ ਹੈਗਾ ਉਹ ਅਪਲਾਈ ਕਰਨਾ ਪੈ ਰਿਹਾ। ਤੇ ਜਿਹੜਾ ਕਹਿ ਰਿਹਾ ਸੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਕਿ ਮੈਂ ਡਰਦਾ ਨਹੀਂ ਆ, ਤੂੰ ਜੋ ਕਰਨਾ ਕਰ ਲਾ, ਅੱਜ ਲੁਕਿਆ ਫਿਰਦਾ। ਅੱਜ ਚੂਹੇ ਵਾਂਗੂ ਪਤਾ ਨਹੀਂ ਕਿਹੜੀ ਖੁੱਡ 'ਚ ਵੜਿਆ ਮਨਪ੍ਰੀਤ ਸਿੰਘ ਬਾਦਲ। ਅੱਜ ਲੋਕਾਂ ਨੇ ਦੇਖ ਲਿਆ। ਇਸ ਗਾਲਬ ਨੂੰ ਮੈਂ ਵੀ ਇੱਕ ਸ਼ੇਰ ਸੁਣਾ ਕੇ ਕਹਿਣਾ ਚਾਹੁੰਦਾ, ਜਿਹੜਾ ਲੋਕਾਂ ਨੂੰ ਸ਼ੇਰ ਸੁਣਾਉਂਦਾ ਸੀ ਕਿ ਲਿਬਾਸੇ ਖਿਜ਼ਰ में अनेकों रहज़न भी फिरते हैं, अगर दुनिया में रहना है तो पहचान पैदा कर।
ਜਿਵੇਂ ਧਰਮ ਦੇ ਲਿਬਾਸ ਵਿੱਚ, ਇਮਾਨਦਾਰੀ ਦੇ ਲਿਬਾਸ 'ਚ ਬੜੇ ਲੁਟੇਰੇ ਫਿਰਦੇ ਆ, ਇਸੇ ਤਰ੍ਹਾਂ ਮਨਪ੍ਰੀਤ ਬਾਦਲ ਵੀ ਲੁਟੇਰਾ ਸਿੱਧ ਹੋਇਆ, ਜਿਹੜਾ ਇਮਾਨਦਾਰੀ ਦੇ ਲਿਬਾਸ 'ਚ ਫਿਰਦਾ ਸੀਗਾ। ਤੇ ਤਾਂ ਹੀ ਲੋਕਾਂ ਨੂੰ ਸੁਚੇਤ ਕਰਦੇ ਆ। ਸ਼ਾਇਰ ਕਹਿੰਦਾ ਕਿ ਦੁਨੀਆ ਦੇ ਵਿੱਚ ਜੇ ਬਚ ਕੇ ਰਹਿਣਾ ਤੇ ਪਹਿਚਾਣ ਪੈਦਾ ਕਰ, ਤੈਨੂੰ ਪਤਾ ਹੋਵੇ ਕਿ ਕਿਹੜਾ ਇਮਾਨਦਾਰ ਆ, ਕਿਹੜਾ ਬੇਈਮਾਨ ਆ, ਕਿਹੜਾ ਭ੍ਰਿਸ਼ਟਾਚਾਰ ਆ। ਐਵੇਂ ਇਮਾਨਦਾਰੀ ਦੇ ਸ਼ੇਰ ਗਾਉਣ ਵਾਲਾ ਤੇ ਇਹ ਕਹਿਣ ਵਾਲਾ ਕਿ ਮੈਂ ਤਾਂ ਗੱਡੀ ਵੀ ਆਪ ਚਲਾਉਂਦਾ ਜੀ, ਤੇ ਭਗਵੰਤ ਸਿੰਘ ਮਾਨ ਨੇ ਉਹਦੇ ਬਾਗ ਦੇ ਕਿੰਨੂ ਵੀ ਗਿਣਤੇ ਤੇ ਕਿੰਨੂਆਂ ਦਾ ਜੂਸ ਵੀ ਕੱਢਤਾ। ਹੁਣ ਇਸ ਕਾਰਨ ਕਰਕੇ ਮੈਂ ਮਨਪ੍ਰੀਤ ਸਿੰਘ ਬਾਦਲ ਜਿਹਨੇ ਗੁਰੂ ਨਾਨਕ ਦੇ ਨਾਂ ਤੇ ਪੋਚਾ ਮਾਰਿਆ ਸੀ, ਗੁਰੂ ਨਾਨਕ ਹਾਲੈਂਡ ਲਾਇਬ੍ਰੇਰੀ ਬਠਿੰਡਾ 'ਚ, ਅੱਜ ਉਹਦੇ ਨਾਂ ਤੇ ਪੋਚਾ ਵੱਜ ਰਿਹਾ। ਪਹਿਲਾਂ ਬਠਿੰਡੇ ਵਾਲਿਆਂ ਨੇ ਮਾਰਿਆ ਤੇ ਹੁਣ ਕੋਰਟਾਂ ਮਾਰ ਰਹੀਆਂ ਨੇ। ਤੁਹਾਡੇ ਸਾਹਮਣੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਲੁਟੇਰੇ, ਭ੍ਰਿਸ਼ਟਾਚਾਰੀ, ਬੇਈਮਾਨ ਜਿਹੜੇ ਲੀਡਰ ਆ, ਉਹਨਾਂ ਤੋਂ ਸਾਨੂੰ ਜਿਹੜਾ ਉਹ ਬਚਣਾ ਚਾਹੀਦਾ।